ਹੈਲੋ ਫਰੈਂਡਸ, ਵੈਲਕਮ ਹੈ ਜੀ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ। ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਮਹਾਤਮਾ ਬੁੱਧ ਬਾਰੇ ਅਤੇ ਕਿਸ ਤਰ੍ਹਾਂ ਇਹ ਧਰਮ ਇੰਡੀਆ ਅਤੇ ਹੋਰ ਦੇਸ਼ਾਂ ਵਿੱਚ ਵੀ ਫੈਲਿਆ ਅਤੇ ਕਿਸ ਤਰ੍ਹਾਂ ਇਸ ਦੀ ਉਤਪੱਤੀ ਹੋਈ। ਅੱਜ ਇਹਦੇ ਬਾਰੇ ਆਪਾਂ ਡਿਟੇਲ 'ਚ ਗੱਲ ਕਰਾਂਗੇ। ਅੱਜ ਦਾ ਆਪਣਾ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕੁਝ ਮਹੱਤਵਪੂਰਨ ਗੱਲਾਂ ਦੇਖ ਲੈਂਦੇ ਹਾਂ ਜੀ, ਜਿਨ੍ਹਾਂ ਨਾਲ ਆਪਾਂ ਨੂੰ ਪਤਾ ਲੱਗੇਗਾ ਕਿ ਬੁੱਧ ਧਰਮ ਦੀ ਸ਼ੁਰੂਆਤ ਕਿਸ ਦੁਆਰਾ ਕੀਤੀ ਗਈ, ਕਦੋਂ ਕੀਤੀ ਗਈ ਅਤੇ ਕੀ ਕਾਰਨ ਸੀ ਜਿਸ ਕਰਕੇ ਇਹ ਇੱਕ ਨਵਾਂ ਧਰਮ ਜੋ ਬੁੱਧ ਧਰਮ ਦੇ ਨਾਮ ਨਾਲ ਪ੍ਰਚਲਿਤ ਹੋਇਆ, ਇਹ ਕਿਉਂ ਸ਼ੁਰੂ ਕੀਤਾ ਗਿਆ। ਸੋ ਆਪਾਂ ਵੇਖਦੇ ਹਾਂ ਜੀ, ਜੋ ਬੁੱਧ ਧਰਮ ਸੀ ਇਸ ਦੀ ਸ਼ੁਰੂਆਤ ਮਹਾਤਮਾ ਬੁੱਧ ਜੀ ਦੁਆਰਾ ਕੀਤੀ ਗਈ ਹੈ। ਅਤੇ ਇਸ ਧਰਮ ਦੀ ਸ਼ੁਰੂਆਤ ਇਸ ਲਈ ਕੀਤੀ ਗਈ ਸੀ ਜੀ, ਜਿਵੇਂ ਆਪਾਂ ਲਾਸਟ ਵੀਡੀਓ 'ਚ ਵੇਖਿਆ ਵੀ ਜੋ ਉੱਤਰ ਵੈਦਿਕ ਕਾਲ ਦਾ ਸਮਾਂ ਸੀ, ਉਸ ਸਮੇਂ ਲੋਕਾਂ ਨੂੰ ਸ਼ੋਸ਼ਣ ਕਰਨ ਲੱਗ ਗਏ ਸੀ ਜੋ ਬ੍ਰਾਹਮਣ ਵਰਗ ਸੀ। ਬ੍ਰਾਹਮਣ ਵਰਗਾਂ ਨੇ ਉਸ ਸਮੇਂ ਯੱਗ ਅਤੇ ਕਰਮਕਾਂਡ ਧਾਰਮਿਕ ਜੀਵਨ ਦਾ ਇੱਕ ਅਟੁੱਟ ਅੰਗ ਬਣਾ ਦਿੱਤਾ ਸੀ, ਜਿਸ ਕਰਕੇ ਹਰ ਕਿਸੇ ਨੂੰ ਨਾ ਚਾਹੁੰਦੇ ਹੋਏ ਵੀ ਉਹਨਾਂ ਦੀ ਪਾਲਣਾ ਕਰਨੀ ਪੈਂਦੀ ਸੀ ਅਤੇ ਜੋ ਬ੍ਰਾਹਮਣ ਵਰਗ ਸੀ ਉਹ ਆਮ ਲੋਕਾਂ ਦਾ ਬਹੁਤ ਸ਼ੋਸ਼ਣ ਕਰਨ ਲੱਗ ਗਿਆ ਸੀ। ਜੇਕਰ ਤੁਸੀਂ ਵੈਦਿਕ ਕਾਲ ਦੀ ਵੀਡੀਓ ਅਜੇ ਤੱਕ ਨਹੀਂ ਦੇਖੀ ਹੈ ਤਾਂ ਜੀ ਉਹਦਾ ਲਿੰਕ ਡਿਸਕ੍ਰਿਪਸ਼ਨ 'ਚ ਅਤੇ ਉੱਪਰ ਆਈ ਬਟਨ 'ਚ ਵੀ ਦਿੱਤਾ ਗਿਆ ਜੀ, ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ। ਲੋਕਾਂ ਨੂੰ ਇਹਨਾਂ ਧਰਮ ਵਿੱਚ ਆਈਆਂ ਕੁਰੀਤੀਆਂ ਤੋਂ ਬਚਾਉਣ ਲਈ ਤਾਂ ਉਹਨਾਂ ਨੂੰ ਇੱਕ ਵਧੀਆ ਜੀਵਨ ਦੇਣ ਲਈ ਮਹਾਤਮਾ ਬੁੱਧ ਜੀ ਨੇ ਬੁੱਧ ਧਰਮ ਦੀ ਸ਼ੁਰੂਆਤ ਕੀਤੀ ਸੀ। ਅਤੇ ਜੋ ਬੁੱਧ ਧਰਮ ਹੈ ਜੀ, ਇਸ ਦਾ ਸਰੂਪ ਹੈ ਜੀ ਨਾਸਤਿਕ ਧਰਮ। ਜੋ ਬੁੱਧ ਧਰਮ ਸੀ ਇਹ ਕਿਸੇ ਦੇਵੀ ਦੇਵਤਾ ਨੂੰ ਨਹੀਂ ਪੂਜਦਾ ਸੀ, ਇਹ ਇਨਸਾਨੀਅਤ ਨੂੰ ਮੰਨਦੇ ਸੀ। ਜੋ ਬੁੱਧ ਧਰਮ ਹੈ, ਇਹ ਯਾਦ ਰੱਖਣਾ ਜੀ, ਇਹ ਕਈ ਵਾਰ ਪ੍ਰਸ਼ਨ ਆ ਜਾਂਦਾ, ਜੋ ਬੁੱਧ ਧਰਮ ਹੈ ਇੱਕ ਨਾਸਤਿਕ ਧਰਮ ਹੈ ਜੀ, ਇਹ ਇੱਕ ਆਸਤਿਕ ਧਰਮ ਨਹੀਂ ਸੀ। ਅਤੇ ਜੋ ਬੁੱਧ ਸ਼ਬਦ ਹੈ ਜੀ, ਬੁੱਧ ਦਾ ਅਰਥ ਹੁੰਦਾ ਹੈ ਗਿਆਨ। ਅਤੇ ਜੋ ਬੁੱਧ ਧਰਮ ਹੈ ਜੀ, ਇਹ ਸਿਰਫ ਭਾਰਤ ਵਿੱਚ ਹੀ ਨਹੀਂ, ਇਹ ਦੁਨੀਆ ਦੇ ਲਗਭਗ 200 ਦੇਸ਼ਾਂ ਤੱਕ ਫੈਲਿਆ ਹੋਇਆ ਹੈ। 200 ਦੇਸ਼ਾਂ ਵਿੱਚ ਇਸ ਧਰਮ ਨੂੰ ਮੰਨਣ ਵਾਲੇ ਅੱਜ ਵਸ ਰਹੇ ਨੇ। ਹੁਣ ਆਪਾਂ ਜਾਣਦੇ ਹਾਂ ਮਹਾਤਮਾ ਬੁੱਧ ਜੀ ਬਾਰੇ, ਜਿਨ੍ਹਾਂ ਨੇ ਇਹ ਧਰਮ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਜਨਮ, ਉਹਨਾਂ ਦੇ ਬਚਪਨ ਅਤੇ ਕਿਸ ਤਰ੍ਹਾਂ ਉਹਨਾਂ ਨੇ ਇਸ ਧਰਮ ਦੀ ਸ਼ੁਰੂਆਤ ਕੀਤੀ, ਉਸ ਬਾਰੇ। ਹੁਣ ਆਪਾਂ ਗੱਲ ਕਰਦੇ ਹਾਂ ਜੀ ਮਹਾਤਮਾ ਬੁੱਧ ਜੀ ਦੇ ਜਨਮ ਬਾਰੇ। ਮਹਾਤਮਾ ਬੁੱਧ ਜੀ ਦਾ ਜਨਮ ਲੁੰਬਣੀ ਵਣ 'ਚ ਹੋਇਆ ਜੀ, ਜੋ ਕਿ ਕਪਿਲਵਸਤੂ ਦੇ ਖੇਤਰ ਵਿੱਚ ਪੈਂਦਾ ਸੀ। ਉਹਨਾਂ ਦਾ ਜਨਮ ਹੋਇਆ ਜੀ 563 ਈਸਾ ਪੂਰਵ ਵਿੱਚ। ਅਤੇ ਮਹਾਤਮਾ ਬੁੱਧ ਜੀ ਦੇ ਪਿਤਾ ਦਾ ਨਾਮ ਸੀ ਜੀ ਸੁਧੋਧਨ। ਇਹ ਸੁਧੋਧਨ ਜੋ ਸੀ ਇਹ ਕਪਿਲਵਸਤੂ ਦੇ ਰਾਜਾ ਸੀ। ਅਤੇ ਜੋ ਬੁੱਧ ਦੇ ਮਾਤਾ ਜੀ ਸੀ ਜੀ, ਉਹਨਾਂ ਦਾ ਨਾਮ ਸੀ ਮਹਾਮਾਇਆ ਜੀ। ਅਤੇ ਬੁੱਧ ਦੇ ਪਿਤਾ ਜੀ ਦੀ ਬਾਅਦ ਵਿੱਚ ਦੂਸਰੀ ਸ਼ਾਦੀ ਹੋਈ, ਉਹ ਉਹਨਾਂ ਨੇ ਮਹਾਤਮਾ ਬੁੱਧ ਜੀ ਦੀ ਮਾਸੀ ਜੀ ਨਾਲ ਕੀਤੀ ਸੀ ਅਤੇ ਉਹਨਾਂ ਦਾ ਨਾਮ ਸੀ ਜੀ ਪ੍ਰਜਾਪਤੀ ਗੌਤਮੀ। ਅਤੇ ਇਸੇ ਨਾਂ ਨਾਲ ਜੋ ਇਹ ਗੌਤਮੀ ਸ਼ਬਦ ਹੈ ਨਾ, ਜੋ ਇਹਨਾਂ ਦੇ ਮਤਰੇਈ ਮਾਂ ਦੇ ਨਾਮ ਵਿੱਚ ਆਉਂਦਾ ਜੀ, ਇਹੀ ਨਾਮ ਨਾਲ ਮਹਾਤਮਾ ਬੁੱਧ ਨੂੰ ਵੀ ਬੁਲਾਇਆ ਜਾਂਦਾ ਸੀ। ਉਹਨਾਂ ਨੂੰ ਗੌਤਮੀ ਪੁੱਤਰ ਕਹਿ ਕੇ ਬੁਲਾਇਆ ਜਾਂਦਾ ਸੀ। ਅਤੇ ਮਹਾਤਮਾ ਬੁੱਧ ਦਾ ਜਨਮ ਹੋਇਆ ਜੀ, ਇਹ ਜਨਮ ਵਿਸਾਖ ਦੀ ਪੂਰਨਮਾਸ਼ੀ ਵੇਲੇ ਹੋਇਆ ਜੀ। ਅਤੇ ਹੁਣ ਆਪਾਂ ਜਾਣਦੇ ਹਾਂ ਜੀ ਵੀ ਕੀ ਘਟਨਾਵਾਂ, ਕਿਸ ਤਰ੍ਹਾਂ ਇਹਨਾਂ ਦਾ ਜੋ ਜਨਮ ਹੈ ਉਹ ਲੁੰਬਣੀ ਵਣ ਵਿੱਚ ਕਿੱਦਾਂ ਹੋਇਆ। ਕਿਹਾ ਜਾਂਦਾ ਹੈ ਜੋ ਮਹਾਤਮਾ ਬੁੱਧ ਦੇ ਮਾਤਾ ਸੀ ਮਹਾਮਾਇਆ ਜੀ, ਉਹ ਆਪਣੇ ਪੇਕੇ ਘਰ ਵਾਪਸ ਜਾ ਰਹੇ ਸੀ। ਅਤੇ ਉਹ ਜਦੋਂ ਜਾ ਰਹੇ ਸੀ ਲੁੰਬਣੀ ਵਣ ਵਿਖੇ, ਰਸਤੇ ਵਿੱਚ ਹੀ ਮਹਾਤਮਾ ਬੁੱਧ ਜੀ ਨੇ ਜਨਮ ਲਿਆ। ਅਤੇ ਮਹਾਤਮਾ ਬੁੱਧ ਜੀ ਦੇ ਜਨਮ ਤੋਂ 7 ਦਿਨ ਬਾਅਦ ਹੀ ਉਹਨਾਂ ਦੀ ਜੋ ਮਾਤਾ ਸੀ ਮਹਾਮਾਇਆ ਜੀ, ਉਹਨਾਂ ਦੀ ਮ੍ਰਿਤਿੂ ਹੋ ਗਈ ਸੀ ਜੀ, ਉਹਨਾਂ ਦੀ ਮੌਤ ਹੋ ਗਈ ਸੀ। ਅਤੇ ਉਸ ਤੋਂ ਬਾਅਦ ਜੋ ਮਹਾਤਮਾ ਬੁੱਧ ਜੀ ਦੇ ਪਿਤਾ ਜੀ ਸੀ ਸੁਧੋਧਨ ਜੀ, ਉਹਨਾਂ ਨੇ ਫਿਰ ਮਹਾਤਮਾ ਬੁੱਧ ਜੀ ਜੋ ਮਾਸੀ ਜੀ ਸੀ ਉਹਨਾਂ ਨਾਲ ਵਿਆਹ ਕਰਵਾਇਆ ਅਤੇ ਉਹਨਾਂ ਦੁਆਰਾ ਹੀ ਫਿਰ ਮਹਾਤਮਾ ਬੁੱਧ ਦਾ ਪਾਲਣ ਪੋਸ਼ਣ ਕੀਤਾ ਗਿਆ ਹੈ ਜੀ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਮਹਾਤਮਾ ਬੁੱਧ ਜੀ ਦੇ ਬਚਪਨ ਬਾਰੇ ਅਤੇ ਉਹਨਾਂ ਦੇ ਵਿਆਹ ਬਾਰੇ। ਜੋ ਮਹਾਤਮਾ ਬੁੱਧ ਜੀ ਸੀ, ਇਹਨਾਂ ਦਾ ਬਚਪਨ ਦਾ ਨਾਮ ਸਿਧਾਰਥ ਸੀ ਜੀ। ਅਤੇ ਬਚਪਨ ਤੋਂ ਹੀ ਇਹ ਇਕੱਲੇ ਬੈਠ ਕੇ ਧਿਆਨ ਲਾਉਂਦੇ ਸੀ ਜੀ। ਇਹ ਕੋਈ ਜੋ ਰਾਜ ਦੇ ਕੰਮਕਾਰ ਸੀ ਜਾਂ ਕੋਈ ਸ਼ਾਸਨ ਪ੍ਰਬੰਧ ਸੀ, ਉਸ ਵਿੱਚ ਧਿਆਨ ਨਹੀਂ ਦਿੰਦੇ ਸੀ। ਇਹਨਾਂ ਦੇ ਪਿਤਾ ਦੇ ਇਕਲੌਤੇ ਪੁੱਤਰ ਸੀ ਅਤੇ ਜੋ ਰਾਜਾ ਸੁਸ਼ੋਧਨ ਸੀ, ਉਹਨਾਂ ਨੂੰ ਇਹ ਚਿੰਤਾ ਲੱਗੀ ਰਹਿੰਦੀ ਸੀ ਵੀ ਇਹ ਮੇਰਾ ਇਕਲੌਤਾ ਪੁੱਤਰ ਹੋ ਕੇ ਵੀ ਰਾਜ ਦੇ ਕੰਮਾਂ ਵੱਲ ਧਿਆਨ ਨਹੀਂ ਦਿੰਦਾ। ਅਤੇ ਉਹਨਾਂ ਨੇ ਜੋ ਮਹਾਤਮਾ ਬੁੱਧ ਜੀ ਦੀ ਕੁੰਡਲੀ ਕਿਸੇ ਇੱਕ ਵਿਦਵਾਨ ਨੂੰ ਦਿਖਾਈ ਅਤੇ ਉਹ ਪੰਡਿਤ ਨੇ, ਉਹ ਵਿਦਵਾਨ ਨੇ ਦੱਸਿਆ ਜੀ ਕਿ ਮਹਾਤਮਾ ਬੁੱਧ ਜੀ ਜਾਂ ਤਾਂ ਸੰਨਿਆਸੀ ਬਣ ਗਏ ਜਾਂ ਫਿਰ ਇਹ ਇੱਕ ਬਹੁਤ ਸ਼ਕਤੀਸ਼ਾਲੀ ਰਾਜਾ ਬਣ ਗਏ। ਤਾਂ ਮਹਾਤਮਾ ਬੁੱਧ ਜੀ ਦੇ ਜੋ ਪਿਤਾ ਸੀ, ਉਹ ਇਹ ਸੁਣ ਕੇ ਫਿਕਰ ਵਿੱਚ ਪੈ ਗਏ ਕਿ ਅਗਰ ਜੇ ਸੰਨਿਆਸੀ ਬਣ ਗਏ ਤਾਂ ਮੇਰਾ ਰਾਜ ਭਾਗ ਕੌਣ ਸੰਭਾਲੇਗਾ।
ਤੇ ਫਿਰ ਉਹਨਾਂ ਨੇ ਮਹਾਤਮਾ ਬੁੱਧ ਜੀ ਦਾ ਧਿਆਨ ਕੰਮਕਾਰ ਵਿੱਚ ਲਾਉਣ ਲਈ, ਰਾਜ ਪ੍ਰਬੰਧ ਵਿੱਚ ਲਾਉਣ ਲਈ ਉਹਨਾਂ ਨੇ ਮਹਾਤਮਾ ਬੁੱਧ ਜੀ ਦਾ ਵਿਆਹ ਕਰਵਾ ਦਿੱਤਾ ਗਿਆ, ਜੋ ਕਿ ਉਹਨਾਂ ਦਾ 16 ਸਾਲ ਦੀ ਉਮਰ ਵਿੱਚ ਕੀਤਾ ਗਿਆ ਸੀ। ਅਤੇ ਜੋ ਮਹਾਤਮਾ ਬੁੱਧ ਜੀ ਦੀ ਪਤਨੀ ਸੀ ਉਹਨਾਂ ਦਾ ਨਾਮ ਸੀ ਜੀ ਯਸ਼ੋਧਰਾ। ਅਤੇ ਫਿਰ ਕੁਝ ਸਮੇਂ ਬਾਅਦ ਮਹਾਤਮਾ ਬੁੱਧ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜੀ, ਜਿਨ੍ਹਾਂ ਦਾ ਨਾਮ ਉਹਨਾਂ ਨੇ ਰੱਖਿਆ ਰਾਹੁਲ। ਮਹਾਤਮਾ ਬੁੱਧ ਜੀ ਦੇ ਘਰ ਇੱਕ ਪੁੱਤਰ ਦੇ ਜਨਮ ਲੈਣ ਦੇ ਬਾਅਦ ਵੀ ਮਹਾਤਮਾ ਬੁੱਧ ਜੀ ਦੁਨਿਆਵੀ ਕੰਮਾਂ ਵੱਲ ਵਧੇਰੇ ਧਿਆਨ ਨਹੀਂ ਦੇ ਸਕੇ। ਉਹਨਾਂ ਦੀ ਬਿਰਤੀ ਅਜੇ ਵੀ ਇੱਕ ਸੰਨਿਆਸੀ ਵਿਅਕਤੀ ਵਾਲੀ ਹੀ ਸੀ। ਅਤੇ ਇੱਕ ਦਿਨ ਮਹਾਤਮਾ ਬੁੱਧ ਜੀ ਨੇ ਕੁਝ ਅਜਿਹੇ ਦ੍ਰਿਸ਼ ਦੇਖੇ, ਜਿਨ੍ਹਾਂ ਨੂੰ ਦੇਖ ਕੇ ਉਹਨਾਂ ਨੇ ਸੋਚ ਲਿਆ, ਉਹਨਾਂ ਨੇ ਪੱਕਾ ਕਰ ਲਿਆ ਕਿ ਹੁਣ ਉਹ ਆਪਣਾ ਘਰ-ਬਾਰ ਤਿਆਗ ਦੇਣਗੇ ਅਤੇ ਇੱਕ ਸੰਨਿਆਸੀ ਦਾ ਜੀਵਨ ਬਤੀਤ ਕਰਨਗੇ। ਹੁਣ ਅੱਗੇ ਆਪਾਂ ਵੇਖਦੇ ਹਾਂ ਜੀ ਉਹ ਕੀ ਘਟਨਾਵਾਂ ਸੀ, ਉਹ ਕੀ ਕਾਰਨ ਸੀ ਜਿਨ੍ਹਾਂ ਕਰਕੇ ਮਹਾਤਮਾ ਬੁੱਧ ਜੀ ਨੇ ਸੰਨਿਆਸੀ ਜੀਵਨ ਬਤੀਤ ਕਰਨਾ ਠਾਣ ਲਿਆ। ਉਹਨਾਂ ਨੇ ਆਪਣਾ ਰਾਜ ਭਾਗ ਤਿਆਗ ਦਿੱਤਾ। ਆਓ ਜੀ ਹੁਣ ਆਪਾਂ ਅੱਗੇ ਦੇਖਦੇ ਹਾਂ। ਅਤੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਵਾਲਾ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਓ, ਤਾਂ ਕਿ ਜਦੋਂ ਵੀ ਕੋਈ ਵੀ ਵੀਡੀਓ ਅਪਲੋਡ ਕਰਾਂ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਅਤੇ ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰੋ। ਅਤੇ ਆਓ ਜੀ ਹੁਣ ਆਪਾਂ ਗੱਲ ਕਰਦੇ ਹਾਂ ਉਹ 4 ਦ੍ਰਿਸ਼ ਕਿਹੜੇ ਸੀ ਜਿਨ੍ਹਾਂ ਨੂੰ ਦੇਖ ਕੇ ਮਹਾਤਮਾ ਬੁੱਧ ਜੀ ਨੇ ਆਪਣਾ ਘਰ-ਬਾਰ ਤਿਆਗ ਦਿੱਤਾ ਅਤੇ ਉਹ ਇੱਕ ਸੰਨਿਆਸੀ ਜੀਵਨ ਬਤੀਤ ਕਰਨ ਲੱਗ ਗਏ। ਇੱਕ ਦਿਨ ਮਹਾਤਮਾ ਬੁੱਧ ਜੀ ਆਪਣੇ ਬਗੀਚੇ ਵਿੱਚ ਬੈਠੇ ਸੀ ਤਾਂ ਉਹਨਾਂ ਨੇ 4 ਦ੍ਰਿਸ਼ ਦੇਖੇ। ਉਹਨਾਂ 'ਚੋਂ ਪਹਿਲਾ ਦ੍ਰਿਸ਼ ਸੀ, ਉਹਨਾਂ ਨੇ ਇੱਕ ਬਿਰਧ ਵਿਅਕਤੀ ਨੂੰ ਦੇਖਿਆ। ਉਹ ਬਿਰਧ ਵਿਅਕਤੀ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਅਤੇ ਉਸ ਤੋਂ ਬਾਅਦ ਮਹਾਤਮਾ ਬੁੱਧ ਜੀ ਨੇ ਇੱਕ ਬਿਮਾਰ ਵਿਅਕਤੀ ਨੂੰ ਦੇਖਿਆ। ਅਤੇ ਮਹਾਤਮਾ ਬੁੱਧ ਜੀ ਨੂੰ ਲੱਗਿਆ ਵੀ ਹਰ ਵਿਅਕਤੀ ਨੇ ਇੱਕ ਦਿਨ ਬਿਮਾਰ ਵੀ ਹੋਣਾ ਹੈ ਅਤੇ ਉਸਨੇ ਬਜ਼ੁਰਗ ਵੀ ਹੋਣਾ ਹੈ। ਉਸ ਤੋਂ ਬਾਅਦ ਮਹਾਤਮਾ ਬੁੱਧ ਜੀ ਨੇ ਜੋ ਤੀਜਾ ਦ੍ਰਿਸ਼ ਦੇਖਿਆ, ਉਸ 'ਚ ਇੱਕ ਮ੍ਰਿਤ ਵਿਅਕਤੀ ਨੂੰ ਕੁਝ ਲੋਕ ਸ਼ਮਸ਼ਾਨ ਘਾਟ ਲੈ ਕੇ ਜਾ ਰਹੇ ਸੀ। ਤਾਂ ਮਹਾਤਮਾ ਬੁੱਧ ਜੀ ਨੂੰ ਲੱਗਿਆ ਵੀ ਹਰ ਵਿਅਕਤੀ ਨੇ ਇੱਕ ਦਿਨ ਮੌਤ ਆਉਣੀ ਵੀ ਨਿਸ਼ਚਿਤ ਹੈ। ਅਤੇ ਅੰਤ ਵਿੱਚ ਮਹਾਤਮਾ ਬੁੱਧ ਜੀ ਨੇ ਇੱਕ ਸੰਨਿਆਸੀ ਵਿਅਕਤੀ ਨੂੰ ਦੇਖਿਆ ਜੋ ਕਿ ਬਹੁਤ ਖੁਸ਼ ਸੀ। ਅਤੇ ਮਹਾਤਮਾ ਬੁੱਧ ਜੀ ਸੋਚਣ 'ਤੇ ਮਜਬੂਰ ਹੋ ਗਏ ਵੀ ਜੋ ਵਿਅਕਤੀ ਦੁਨੀਆਦਾਰੀ ਦੇ ਕੰਮਾਂ ਵਿੱਚ ਲੱਗਿਆ ਰਹਿੰਦਾ ਉਹ ਹਰ ਵੇਲੇ ਦੁੱਖ ਵਿੱਚ ਫਸਿਆ ਰਹਿੰਦਾ ਹੈ, ਉਸ 'ਤੇ ਬਿਮਾਰੀ ਵੀ ਆਉਂਦੀ ਹੈ, ਉਹ ਬਜ਼ੁਰਗ ਵੀ ਹੁੰਦਾ ਅਤੇ ਅੰਤ ਉਸ ਦੀ ਮੌਤ ਵੀ ਹੋ ਜਾਂਦੀ ਹੈ। ਅਤੇ ਜੋ ਇੱਕ ਸੰਨਿਆਸੀ ਵਿਅਕਤੀ ਹੈ ਉਸ ਕੋਲ ਕੁਝ ਵੀ ਨਾ ਹੁੰਦੇ ਹੋਏ ਵੀ ਉਹ ਇੱਕ ਇੰਨਾ ਖੁਸ਼ ਰਹਿੰਦਾ ਹੈ। ਤਾਂ ਮਹਾਤਮਾ ਬੁੱਧ ਜੀ ਨੇ ਉਸ ਵੇਲੇ ਠਾਣ ਲਿਆ ਕਿ ਹੁਣ ਉਹ ਵੀ ਇੱਕ ਸੰਨਿਆਸੀ ਦਾ ਜੀਵਨ ਬਤੀਤ ਕਰਨਗੇ ਅਤੇ ਆਪਣਾ ਘਰ-ਬਾਰ ਤਿਆਗ ਦੇਣਗੇ। ਅਤੇ ਹੁਣ ਆਪਾਂ ਦੇਖਦੇ ਹਾਂ ਜੀ ਮਹਾਤਮਾ ਬੁੱਧ ਜੀ ਦਾ ਘਰ ਨੂੰ ਤਿਆਗ ਦੇਣਾ ਅਤੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਈ। ਮਹਾਤਮਾ ਬੁੱਧ ਜੀ ਨੇ ਜਦੋਂ ਸੰਨਿਆਸ ਲਿਆ ਅਤੇ ਉਹਨਾਂ ਨੇ ਆਪਣਾ ਘਰ ਤਿਆਗ ਦਿੱਤਾ ਤਾਂ ਉਸ ਸਮੇਂ ਉਹਨਾਂ ਦੀ ਉਮਰ 29 ਸਾਲ ਦੀ ਸੀ। ਅਤੇ ਇਸ ਘਟਨਾ ਨੂੰ ਬੁੱਧ ਧਰਮ ਦੇ ਅੰਦਰ ਮਹਾਪਰਿਨਿਸ਼ਕਰਮਣ ਦੇ ਨਾਮ ਨਾਲ ਜਾਣਿਆ ਜਾਂਦਾ। ਕਈ ਵਾਰ ਇਹ ਘਟਨਾਵਾਂ ਦਾ ਨਾਮ ਪੁੱਛਿਆ ਜਾਂਦਾ ਵੀ ਕਿਸ ਘਟਨਾ ਨੂੰ ਕੀ ਕਿਹਾ ਜਾਂਦਾ, ਤਾਂ ਤੁਸੀਂ ਜ਼ਰੂਰ ਯਾਦ ਰੱਖਣਾ ਵੀ ਜੋ ਉਹਨਾਂ ਦਾ ਸੰਨਿਆਸ ਲੈਣ ਦੀ ਅਤੇ ਘਰ ਤਿਆਗਣ ਦੀ ਘਟਨਾ ਸੀ ਉਸ ਨੂੰ ਮਹਾਪਰਿਨਿਸ਼ਕਰਮਣ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਤੇ ਘਰ ਤਿਆਗ ਦੇਣ ਤੋਂ ਬਾਅਦ ਮਹਾਤਮਾ ਬੁੱਧ ਜੀ ਨੇ ਕੁਝ ਗੁਰੂ ਧਾਰੇ ਜਿਨ੍ਹਾਂ ਤੋਂ ਉਹਨਾਂ ਨੇ ਗਿਆਨ ਪ੍ਰਾਪਤੀ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋਏ। ਅਤੇ ਪਹਿਲੇ ਗੁਰੂ ਸੀ ਜੀ ਅਲਾਰ ਕਲਾਮ ਜੀ, ਅਤੇ ਉਸ ਤੋਂ ਬਾਅਦ ਉਹਨਾਂ ਦੇ ਦੂਸਰੇ ਗੁਰੂ ਹੋਏ ਰੁਦਰਕ ਰਾਮ ਪੁੱਤਰ ਜੀ। ਪਰ ਮਹਾਤਮਾ ਬੁੱਧ ਜੀ ਨੂੰ ਜਿਸ ਸੱਚ ਦੀ ਭਾਲ ਸੀ ਉਹਨਾਂ ਦੀ ਉਹ ਤਲਾਸ਼ ਅਜੇ ਤੱਕ ਪੂਰੀ ਨਹੀਂ ਹੋਈ ਸੀ। ਫਿਰ ਮਹਾਤਮਾ ਬੁੱਧ ਜੀ ਨੇ ਬੋਧ ਗਇਆ ਜਾਣ ਦਾ ਫੈਸਲਾ ਕਰ ਲਿਆ ਅਤੇ ਉਹ ਬੋਧ ਗਇਆ ਗਏ। ਉੱਥੇ ਉਹਨਾਂ ਨੇ 45 ਦਿਨ ਤੱਕ ਇੱਕ ਪਿੱਪਲ ਦੇ ਰੁੱਖ ਹੇਠ ਬੈਠ ਕੇ ਘੋਰ ਤਪੱਸਿਆ ਕੀਤੀ ਅਤੇ ਜਿੱਥੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਹੈ। ਅਤੇ ਗਿਆਨ ਦੀ ਪ੍ਰਾਪਤੀ ਸਮੇਂ ਉਹਨਾਂ ਦੀ ਉਮਰ 35 ਸਾਲ ਦੀ ਸੀ ਅਤੇ ਇਹ ਗਿਆਨ ਪ੍ਰਾਪਤੀ ਉਹਨਾਂ ਨੂੰ ਘਰ ਛੱਡਣ ਤੋਂ 6 ਸਾਲ ਬਾਅਦ ਜਾ ਕੇ ਪ੍ਰਾਪਤ ਹੋਈ ਸੀ। ਅਤੇ ਇਸ ਘਟਨਾ ਨੂੰ ਧਰਮ ਚੱਕਰ ਪਰਿਵਰਤਨ ਕਿਹਾ ਜਾਂਦਾ ਹੈ ਜੀ। ਅਤੇ ਰੁੱਖ ਯਾਦ ਰੱਖਣਾ ਜੀ, ਜਿਸ ਰੁੱਖ ਹੇਠ ਮਹਾਤਮਾ ਬੁੱਧ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਉਹ ਪਿੱਪਲ ਦਾ ਰੁੱਖ ਸੀ। ਅਤੇ ਜੋ ਗਿਆਨ ਪ੍ਰਾਪਤੀ ਦੀ ਰਾਤ ਵੀ ਪੂਰਨਮਾਸ਼ੀ ਦੀ ਰਾਤ ਸੀ, ਜਿਸ ਤਰ੍ਹਾਂ ਉਹਨਾਂ ਦਾ ਜਨਮ ਵੀ ਪੂਰਨਮਾਸ਼ੀ ਦੀ ਵਿਸਾਖ ਦੀ ਪੂਰਨਮਾਸ਼ੀ ਦੀ ਰਾਤ ਨੂੰ ਹੋਇਆ ਸੀ, ਉਸੇ ਤਰ੍ਹਾਂ ਉਹਨਾਂ ਨੂੰ ਜੋ ਧਰਮ ਚੱਕਰ ਪਰਿਵਰਤਨ ਸੀ ਇਹ ਵੀ ਵਿਸਾਖ ਦੀ ਪੂਰਨਮਾਸ਼ੀ ਨੂੰ ਹੋਇਆ। ਅਤੇ ਮਹਾਤਮਾ ਬੁੱਧ ਜੀ ਨੂੰ ਜੋ ਗਿਆਨ ਪ੍ਰਾਪਤ ਹੋਇਆ ਇਸ ਨੂੰ ਬੁੱਧਿਤਵ ਕਿਹਾ ਜਾਂਦਾ ਹੈ। ਅਤੇ ਇਹ ਬੁੱਧਿਤਵ ਪ੍ਰਾਪਤ ਹੋਣ ਤੋਂ ਬਾਅਦ ਹੀ ਇਹਨਾਂ ਦਾ ਨਾਮ ਬੁੱਧ ਪਿਆ ਸੀ। ਅਤੇ ਜੋ ਇਹ ਗਿਆਨ ਪ੍ਰਾਪਤ ਹੋਣ ਦੀ ਘਟਨਾ ਹੈ ਜੀ, ਇਸ ਨੂੰ ਧਰਮ ਚੱਕਰ ਪਰਿਵਰਤਨ ਕਿਹਾ ਜਾਂਦਾ। ਇਹ ਦੋਨੋਂ ਪੁਆਇੰਟ ਤੁਸੀਂ ਯਾਦ ਰੱਖਣਾ ਜੀ। ਅਤੇ ਹੁਣ ਆਪਾਂ ਦੇਖਦੇ ਹਾਂ ਜੀ ਬੁੱਧਿਤਵ ਦੀ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਜੀ ਨੇ ਕਿਵੇਂ
ਇਸ ਬੁੱਧ ਧਰਮ ਦਾ ਪ੍ਰਚਾਰ ਕੀਤਾ ਤੇ ਪਸਾਰ ਕੀਤਾ। ਮਹਾਤਮਾ ਬੁੱਧ ਜੀ ਗਿਆਨ ਪ੍ਰਾਪਤੀ ਤੋਂ ਬਾਅਦ ਸਾਰਨਾਥ ਚਲੇ ਗਏ ਤੇ ਸਾਰਨਾਥ ਵਿਖੇ ਉਹਨਾਂ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ। ਤੇ ਉਹਨਾਂ ਦੇ ਜੋ ਮੁੱਖ ਚੇਲੇ ਸੀ, ਜੋ ਸਭ ਤੋਂ ਪਹਿਲਾਂ ਚੇਲੇ ਬਣੇ ਸੀ ਜੀ, ਉਹ ਸੀ ਆਨੰਦ। ਮਹਾਤਮਾ ਬੁੱਧ ਜੀ ਦੇ ਚੇਲਿਆਂ ਨੂੰ ਭਿਕਸ਼ੂ ਕਿਹਾ ਜਾਂਦਾ ਸੀ ਤੇ ਮਹਾਤਮਾ ਬੁੱਧ ਜੀ ਦੇ ਬਹੁਤ ਸਾਰੇ ਸ਼ਿਸ਼ ਬਣੇ ਜਿਨ੍ਹਾਂ ਨੂੰ ਭਿਕਸ਼ੂ ਕਿਹਾ ਗਿਆ, ਤੇ ਉਹ ਵੱਖ-ਵੱਖ ਜਗ੍ਹਾਵਾਂ 'ਤੇ ਜਾ ਕੇ ਉਹਨਾਂ ਨੇ ਇਸ ਧਰਮ ਦਾ ਪ੍ਰਚਾਰ ਕੀਤਾ। ਤੇ ਹੌਲੀ ਹੌਲੀ ਇਹ ਧਰਮ ਜੋ ਉੱਤਰੀ ਭਾਰਤ ਤੋਂ ਸ਼ੁਰੂ ਹੋਇਆ ਸੀ, ਇਹ ਭਾਰਤ ਦੇ ਨਾਲ ਨਾਲ ਗਵਾਂਢੀ ਦੇਸ਼ਾਂ ਤੱਕ ਵੀ ਫੈਲ ਗਿਆ ਅਤੇ ਭਾਰਤ ਦੇ ਇੱਕ ਪ੍ਰਮੁੱਖ ਧਰਮ ਦੇ ਰੂਪ ਵਿੱਚ ਸਾਹਮਣੇ ਆਇਆ ਜੀ। ਤੇ ਜੋ ਆਨੰਦ ਸੀ ਜੀ, ਜੋ ਉਹਨਾਂ ਦੇ ਮੁੱਖ ਚੇਲੇ ਸੀ, ਜੋ ਉਹਨਾਂ ਦੇ ਮੁੱਖ ਸ਼ਿਸ਼ ਸੀ, ਉਹਨਾਂ ਦੇ ਕਹਿਣ 'ਤੇ ਹੀ ਮਹਾਤਮਾ ਬੁੱਧ ਜੀ ਨੇ ਬੁੱਧ ਧਰਮ ਦੇ ਅੰਦਰ ਔਰਤਾਂ ਨੂੰ ਸ਼ਾਮਲ ਕਰਨਾ ਮੰਨਿਆ ਸੀ, ਕਿਉਂਕਿ ਮਹਾਤਮਾ ਬੁੱਧ ਜੀ ਖੁਦ ਔਰਤਾਂ ਨੂੰ ਬੁੱਧ ਧਰਮ ਦੇ ਅੰਦਰ ਸ਼ਾਮਲ ਨਹੀਂ ਕਰਨਾ ਚਾਹੁੰਦੇ ਸੀ। ਉਹਨਾਂ ਦਾ ਮੰਨਣਾ ਸੀ ਕਿ ਔਰਤਾਂ ਦੇ ਸ਼ਾਮਲ ਹੋਣ ਨਾਲ ਬੁੱਧ ਧਰਮ 500 ਤੋਂ ਲੈ ਕੇ 700 ਸਾਲ ਦੇ ਅੰਦਰ ਅੰਦਰ ਤੱਕ ਖਤਮ ਹੋ ਜਾਏਗਾ। ਜੋ ਪਹਿਲੀ ਮਹਿਲਾ ਉਹਨਾਂ ਦੇ ਸ਼ਿਸ਼ ਬਣੇ ਉਹ ਸੀ ਜੀ ਪ੍ਰਜਾਪਤੀ ਗੌਤਮੀ, ਜੋ ਮਹਾਤਮਾ ਬੁੱਧ ਜੀ ਦੀ ਮਤਰੇਈ ਮਾਂ ਅਤੇ ਉਹਨਾਂ ਦੀ ਮਾਸੀ ਜੀ ਵੀ ਸੀ। ਤੇ ਮਹਾਤਮਾ ਬੁੱਧ ਜੀ ਨੇ ਆਪਣੇ ਸਭ ਤੋਂ ਵੱਧ ਉਪਦੇਸ਼ ਸ਼ਰਾਵਸਤੀ 'ਚ ਦਿੱਤੇ ਹੈ ਜੀ। ਮਹਾਤਮਾ ਬੁੱਧ ਜੀ ਦੀ ਮ੍ਰਿਤੂ 483 ਈਸਵੀ ਵਿੱਚ ਹੋਈ ਜੀ, ਤੇ ਉਹਨਾਂ ਦੀ ਮੌਤ ਦਾ ਸਥਾਨ ਕੁਸ਼ੀਨਗਰ ਸੀ। ਅਤੇ ਮਹਾਤਮਾ ਬੁੱਧ ਦੀ ਮੌਤ ਦੀ ਘਟਨਾ ਨੂੰ ਜੀ ਮਹਾਪਰਿਨਿਰਵਾਣ ਕਿਹਾ ਜਾਂਦਾ ਹੈ ਬੁੱਧ ਧਰਮ ਦੇ ਅੰਦਰ। ਇਹ ਨਾਮ ਜ਼ਰੂਰ ਯਾਦ ਰੱਖਣਾ ਜੀ। ਜਦੋਂ ਉਹ ਸੰਨਿਆਸ ਲਈ ਆਏ ਸੀ ਤਾਂ ਉਹਨੂੰ ਮਹਾਪੀ ਨਿਸ਼ਕ੍ਰਮਣ ਕਿਹਾ ਗਿਆ ਸੀ। ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਤਾਂ ਉਸ ਘਟਨਾ ਨੂੰ ਜੀ ਧਰਮ ਚੱਕਰ ਪਰਿਵਰਤਨ ਕਿਹਾ ਜਾਂਦਾ, ਤੇ ਮਹਾਤਮਾ ਬੁੱਧ ਦੀ ਮੌਤ ਦੀ ਘਟਨਾ ਨੂੰ ਜੀ ਮਹਾਪਰਿਨਿਰਵਾਣ ਕਿਹਾ ਜਾਂਦਾ ਹੈ। ਹੁਣ ਆਪਾਂ ਵੇਖਦੇ ਹਾਂ ਜੀ ਮਹਾਤਮਾ ਬੁੱਧ ਦੇ ਜੀਵਨ ਦੀਆਂ ਕੁਝ ਘਟਨਾਵਾਂ ਜਿਨ੍ਹਾਂ ਨੂੰ ਕੁਝ ਵਿਸ਼ੇਸ਼ ਚਿੱਤਰਾਂ ਜਾਂ ਚਿੰਨ੍ਹਾਂ ਨਾਲ ਦਰਸਾਇਆ ਜਾਂਦਾ ਹੈ। ਤੇ ਉਸ ਤੋਂ ਪਹਿਲਾਂ ਜੀ ਇੱਕ ਕਈ ਵਾਰ ਪ੍ਰਸ਼ਨ ਆ ਜਾਂਦਾ ਹੈ ਵੀ ਮਹਾਤਮਾ ਬੁੱਧ ਦੇ ਕੀ ਨਾਮ ਸੀ, ਤੇ ਤੁਸੀਂ ਉਹ ਜ਼ਰੂਰ ਯਾਦ ਰੱਖ ਲਓ ਜੀ। ਜੋ ਮਹਾਤਮਾ ਬੁੱਧ ਦੇ ਬਚਪਨ ਦਾ ਨਾਮ ਸੀ ਉਹ ਸਿਧਾਰਥ ਸੀ, ਤੇ ਇੱਕ ਜੋ ਦੂਸਰੇ ਨਾਲ ਮਹਾਤਮਾ ਬੁੱਧ ਜੀ ਮਸ਼ਹੂਰ ਹੋਇਆ ਜਾਂ ਜੋ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਜੀ, ਉਹ ਸੀ ਜੀ ਗੌਤਮੀ ਪੁੱਤਰ, ਕਿਉਂਕਿ ਉਹਨਾਂ ਦੇ ਜੋ ਮਤਰੇਈ ਮਾਂ ਸੀ ਉਹਨਾਂ ਦਾ ਨਾਮ ਗੌਤਮੀ ਸੀ। ਤੇ ਇੱਕ ਤੀਸਰਾ ਨਾਮ ਹੋਰ ਲਿਆ ਜਾਂਦਾ ਹੈ ਜੀ, ਜੋ ਸੀ ਸ਼ਾਕਿਆ ਮੁਨੀ, ਕਿਉਂਕਿ ਜੋ ਉਹਨਾਂ ਦੇ ਪਿਤਾ ਜੀ ਦਾ ਕੁਲ ਸੀ, ਜੋ ਉਹਨਾਂ ਦਾ ਵੰਸ਼ ਸੀ, ਉਹ ਸ਼ਾਕਿਆ ਵੰਸ਼ ਸੀ, ਇਸ ਕਰਕੇ ਉਹਨਾਂ ਨੂੰ ਸ਼ਾਕਿਆ ਮੁਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤੇ ਹੁਣ ਆਪਾਂ ਦੇਖਦੇ ਹਾਂ ਜੀ ਉਹਨਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਤੇ ਉਹਨਾਂ ਨੂੰ ਕਿਸ ਕਿਸ ਚਿੰਨ੍ਹ ਨਾਲ ਅੰਕਿਤ ਕੀਤਾ ਜਾਂਦਾ ਹੈ। ਮਹਾਤਮਾ ਬੁੱਧ ਦੇ ਜਨਮ ਦੀ ਘਟਨਾ ਨੂੰ ਜੀ ਇੱਕ ਕਮਲ ਦੇ ਫੁੱਲ ਨਾਲ ਅੰਕਿਤ ਕੀਤਾ ਜਾਂਦਾ ਹੈ, ਇੱਕ ਕਮਲ ਦੇ ਫੁੱਲ ਨਾਲ ਦਰਸਾਇਆ ਜਾਂਦਾ ਹੈ। ਤੇ ਜੋ ਮਹਾਤਮਾ ਬੁੱਧ ਦੇ ਜੀਵਨ ਦਾ ਗ੍ਰਹਿ ਤਿਆਗ ਦੀ ਘਟਨਾ ਸੀ ਜੀ, ਉਸ ਨੂੰ ਇੱਕ ਘੋੜੇ ਦੇ ਚਿੰਨ੍ਹ ਨਾਲ ਦਰਸਾਇਆ ਜਾਂਦਾ ਹੈ ਜੀ। ਤੇ ਉਸ ਤੋਂ ਬਾਅਦ ਜਦੋਂ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਹੋਈ ਹੈ ਜੀ, ਤੇ ਇਸ ਘਟਨਾ ਨੂੰ ਦਰਸਾਉਣ ਲਈ ਜੀ ਬੋਧੀ ਵ੍ਰਿਕਸ਼ ਦੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਜਦੋਂ ਮਹਾਤਮਾ ਬੁੱਧ ਜੀ ਦੇ ਮ੍ਰਿਤਿੂ ਹੋ ਗਈ, ਉਹਨਾਂ ਨੂੰ ਮਹਾਪਰਿਨਿਰਵਾਣ ਦੀ ਪ੍ਰਾਪਤੀ ਹੋ ਗਈ ਜੀ, ਤੇ ਉਸ ਸਥਾਨ 'ਤੇ ਸਤੂਪ ਦੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਤੁਸੀਂ ਆ ਦੇਖ ਰਹੇ ਹੋ ਜੀ ਸਤੂਪ ਦੀ ਫੋਟੋ, ਇਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਤੱਕ ਆਪਾਂ ਇਸ ਵੀਡੀਓ 'ਚ ਪੜ੍ਹ ਚੁੱਕੇ ਹਾਂ ਜੀ ਮਹਾਤਮਾ ਬੁੱਧ ਜੀ ਦੇ ਜਨਮ ਬਾਰੇ, ਉਹਨਾਂ ਦੇ ਬਚਪਨ ਬਾਰੇ, ਉਹਨਾਂ ਦੇ ਗ੍ਰਹਿ ਤਿਆਗ ਬਾਰੇ, ਉਹਨਾਂ ਨੂੰ ਕਿਸ ਤਰ੍ਹਾਂ ਗਿਆਨ ਦੀ ਪ੍ਰਾਪਤੀ ਹੋਈ, ਕਿੱਦਾਂ ਉਹਨਾਂ ਨੇ ਪ੍ਰਚਾਰ ਕੀਤਾ ਅਤੇ ਕਿਸ ਸਮੇਂ ਉਹਨਾਂ ਦੀ ਮ੍ਰਿਤੂ ਹੋਈ। ਤੇ ਹੁਣ ਆਪਾਂ ਪੜ੍ਹਨ ਜਾ ਰਹੇ ਹਾਂ ਜੀ ਮਹਾਤਮਾ ਬੁੱਧ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਕਿਹੜੀਆਂ ਸਿੱਖਿਆਵਾਂ ਦਿੱਤੀਆਂ। ਤੇ ਉਹਨਾਂ 'ਚ ਸਭ ਤੋਂ ਪਹਿਲਾਂ ਹੈ ਜੀ ਉਹਨਾਂ ਨੇ 4 ਮਹਾਨ ਸੱਚਾਈਆਂ ਦੱਸੀਆਂ ਸੀ, ਉਹਨਾਂ ਬਾਰੇ ਗੱਲ ਕਰਦੇ ਹਾਂ ਜੀ ਆਪਾਂ। ਜੋ ਪਹਿਲੀ ਸੱਚਾਈ ਸੀ ਜੀ ਉਹ ਸੀ ਸੰਸਾਰ ਦੁੱਖਾਂ ਦਾ ਘਰ ਹੈ। ਮਹਾਤਮਾ ਬੁੱਧ ਜੀ ਮੰਨਦੇ ਸੀ ਜੀ ਜੋ ਸੰਸਾਰ ਹੈ ਇਹ ਦੁੱਖਾਂ ਦਾ ਘਰ ਹੈ। ਮਹਾਤਮਾ ਬੁੱਧ ਜੀ ਅਨੁਸਾਰ ਜੋ ਦੂਸਰੀ ਸੱਚਾਈ ਸੀ ਉਹ ਸੀ ਦੁੱਖਾਂ ਦਾ ਕਾਰਨ ਸਾਡੀਆਂ ਇੱਛਾਵਾਂ ਹਨ। ਮਹਾਤਮਾ ਬੁੱਧ ਜੀ ਮੰਨਦੇ ਸੀ ਕਿ ਵਿਅਕਤੀ ਦੇ ਜੀਵਨ ਵਿੱਚ ਜੋ ਵੀ ਦੁੱਖ ਆਉਂਦੇ ਨੇ ਉਹਨਾਂ ਦਾ ਕਾਰਨ ਆਪਣੀਆਂ ਇੱਛਾਵਾਂ ਹੀ ਹੁੰਦੀਆਂ ਹਨ। ਉਹਨਾਂ ਅਨੁਸਾਰ ਜੋ ਤੀਜੀ ਸੱਚਾਈ ਸੀ ਉਹ ਸੀ ਇੱਛਾਵਾਂ 'ਤੇ ਕਾਬੂ ਪਾ ਲੈਣ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਮਹਾਤਮਾ ਬੁੱਧ ਜੀ ਮੰਨਦੇ ਸੀ ਕਿ ਜੇਕਰ ਵਿਅਕਤੀ ਆਪਣੀਆਂ ਇੱਛਾਵਾਂ ਨੂੰ ਕਾਬੂ ਵਿੱਚ ਕਰ ਲੈਂਦਾ ਹੈ, ਉਹ ਆਪਣੀਆਂ ਇੱਛਾਵਾਂ 'ਤੇ ਕਾਬੂ ਪਾ ਲੈਂਦਾ ਹੈ, ਤਾਂ ਉਹ ਜੀਵਨ ਦੇ ਦੁੱਖਾਂ ਤੋਂ ਮੁਕਤ ਹੋ ਸਕਦਾ ਹੈ। ਤੇ ਉਹਨਾਂ ਨੇ ਚੌਥੀ ਸੱਚਾਈ ਜੋ ਦੱਸੀ ਹੈ ਜੀ ਉਹ ਇੱਛਾਵਾਂ ਦਾ ਖਾਤਮਾ ਕਰਨ ਲਈ ਅਸ਼ਟ ਮਾਰਗ ਦੀ ਵਰਤੋਂ
ਮਹਾਤਮਾ ਬੁੱਧ ਜੀ ਮੰਨਦੇ ਸੀ ਜੇਕਰ ਵਿਅਕਤੀ ਆਪਣੀਆਂ ਇੱਛਾਵਾਂ 'ਤੇ ਕਾਬੂ ਪਾਉਣਾ ਚਾਹੁੰਦਾ ਹੈ ਤੇ ਉਹਨਾਂ ਨੂੰ ਅਸ਼ਟ ਮਾਰਗ ਦੀ ਵਰਤੋਂ ਕਰਨੀ ਪਏਗੀ। ਤੇ ਅਸ਼ਟ ਮਾਰਗ ਮਹਾਤਮਾ ਬੁੱਧ ਜੀ ਦੁਆਰਾ ਦੱਸੇ ਗਏ 8 ਰਸਤੇ ਨੇ। ਅਸ਼ਟ ਦਾ ਮਤਲਬ ਹੁੰਦਾ ਹੈ ਜੀ 8 ਤੇ ਮਾਰਗ ਦਾ ਮਤਲਬ ਰਸਤੇ। ਮਹਾਤਮਾ ਬੁੱਧ ਜੀ ਨੇ ਆਪਣੀਆਂ ਇੱਛਾਵਾਂ 'ਤੇ ਕਾਬੂ ਪਾਉਣ ਲਈ ਕੁਝ ਰਸਤੇ ਦੱਸੇ ਆ, ਕੁਝ ਤਰੀਕੇ ਦੱਸੇ ਆ ਜੀ। ਆਓ ਹੁਣ ਆਪਾਂ ਉਹਨਾਂ ਨੂੰ ਦੇਖਦੇ ਹਾਂ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਮਹਾਤਮਾ ਬੁੱਧ ਜੀ ਦੁਆਰਾ ਦੱਸੇ ਗਏ ਅਸ਼ਟ ਮਾਰਗ। ਇਹਨਾਂ ਵਿੱਚ ਪਹਿਲਾ ਸੀ ਜੀ ਸੱਚੀ ਦ੍ਰਿਸ਼ਟੀ, ਦੂਸਰਾ ਸੀ ਸੱਚਾ ਸੰਕਲਪ ਅਤੇ ਤੀਸਰਾ ਰਸਤਾ ਸੀ ਜੀ ਸੱਚਾ ਵਚਨ, ਚੌਥਾ ਸੱਚਾ ਕਰਮ, ਪੰਜਵਾਂ ਸੱਚਾ ਰਹਿਣ ਸਹਿਣ, ਛੇਵਾਂ ਸੀ ਜੀ ਸੱਚਾ ਯਤਨ, ਸੱਤਵਾਂ ਸੀ ਸੱਚਾ ਸਮਿਰਤੀ ਅਤੇ ਅੱਠਵਾਂ ਸੀ ਸੱਚਾ ਧਿਆਨ। ਮਹਾਤਮਾ ਬੁੱਧ ਜੀ ਮੰਨਦੇ ਸੀ ਕਿ ਵਿਅਕਤੀ ਦੀ ਦ੍ਰਿਸ਼ਟੀ ਵੀ ਸਾਫ਼ ਹੋਣੀ ਚਾਹੀਦੀ ਹੈ, ਸੱਚੀ ਹੋਣੀ ਚਾਹੀਦੀ ਹੈ। ਉਹਨੂੰ ਸੱਚੇ ਵਚਨ ਬੋਲਣੇ ਚਾਹੀਦੇ ਆ, ਸੱਚਾ ਕਰਮ ਕਰਨਾ ਚਾਹੀਦਾ, ਸੱਚਾ ਉਹਨਾਂ ਦਾ ਰਹਿਣ ਸਹਿਣ ਹੋਣਾ ਚਾਹੀਦਾ, ਉਹਨਾਂ ਨੂੰ ਸੱਚਾਈ ਵੱਲ ਹੀ ਧਿਆਨ ਲਾਉਣਾ ਚਾਹੀਦਾ। ਅਤੇ ਉਹਨਾਂ ਅਨੁਸਾਰ ਇਹ 8 ਰਸਤੇ ਸੀ ਜੋ ਇਹ ਅਸ਼ਟ ਮਾਰਗ ਸੀ। ਇਹਨਾਂ 'ਤੇ ਚੱਲ ਕੇ ਵਿਅਕਤੀ ਆਪਣੀਆਂ ਇੱਛਾਵਾਂ ਨੂੰ ਕਾਬੂ ਕਰ ਸਕਦਾ ਹੈ। ਅਤੇ ਜੇ ਕੋਈ ਵੀ ਵਿਅਕਤੀ ਆਪਣੀਆਂ ਇੱਛਾਵਾਂ ਨੂੰ ਜੋ ਕਾਬੂ ਕਰ ਲੈਂਦਾ ਹੈ, ਉਸ ਦੇ ਜੀਵਨ ਵਿਚਲੇ ਕੋਈ ਵੀ ਦੁੱਖ ਉਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ, ਉਸ ਦੇ ਜੀਵਨ ਵਿਚਲੇ ਦੁੱਖ ਖਤਮ ਹੋ ਜਾਂਦੇ ਹੈ। ਅਤੇ ਮਹਾਤਮਾ ਬੁੱਧ ਜੀ ਅਨੁਸਾਰ ਵਿਅਕਤੀ ਇਹਨਾਂ ਰਸਤਿਆਂ ਦੀ ਪਾਲਣਾ ਕਰਕੇ ਹੀ ਨਿਰਵਾਣ ਦੀ ਪ੍ਰਾਪਤੀ ਕਰ ਲੈਂਦਾ ਹੈ। ਨਿਰਵਾਣ ਦਾ ਇੱਥੇ ਮਤਲਬ ਹੈ ਜੀ ਉਹ ਮੁਕਤੀ ਦੀ ਪ੍ਰਾਪਤੀ ਕਰ ਲੈਂਦਾ ਹੈ, ਉਹ ਜੀਵਨ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ। ਮਹਾਤਮਾ ਬੁੱਧ ਜੀ ਅਨੁਸਾਰ ਵਿਅਕਤੀ ਦੇ ਜੀਵਨ ਦਾ ਪਰਮ ਲਕਸ਼ ਨਿਰਵਾਣ ਦੀ ਪ੍ਰਾਪਤੀ ਕਰਨਾ ਹੀ ਹੋਣਾ ਚਾਹੀਦਾ ਹੈ। ਉਸ ਨੂੰ ਮੁਕਤੀ ਪ੍ਰਾਪਤ ਕਰਨੀ ਚਾਹੀਦੀ ਹੈ। ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਜੀ ਆਪਾਂ ਨੂੰ ਅਸ਼ਟ ਮਾਰਗ ਬਾਰੇ ਇਸ ਤੋਂ ਵੱਧ ਡਿਟੇਲ 'ਚ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਹੈ ਜੀ, ਕਿਉਂਕਿ ਕਿਸੇ ਵੀ ਐਗਜ਼ਾਮ 'ਚ ਬਸ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ ਜੀ ਅਸ਼ਟ ਮਾਰਗ ਕਿਸ ਧਰਮ ਦੇ ਵਿੱਚ ਸੀ ਅਤੇ ਕਿਸ ਗੁਰੂ ਦੁਆਰਾ ਦਿੱਤੇ ਗਏ ਹੈ। ਮਹਾਤਮਾ ਬੁੱਧ ਜੀ ਦੁਆਰਾ ਕੁਝ ਹੋਰ ਸਿੱਖਿਆਵਾਂ ਵੀ ਦਿੱਤੀਆਂ ਗਈਆਂ ਜੀ। ਹੁਣ ਆਪਾਂ ਇਹਨਾਂ ਬਾਰੇ ਥੋੜ੍ਹਾ ਪੜ੍ਹ ਲੈਂਦੇ ਹਾਂ। ਇਹ ਸੀ ਜੀ ਅਹਿੰਸਾ। ਮਹਾਤਮਾ ਬੁੱਧ ਜੀ ਮੰਨਦੇ ਸੀ ਵੀ ਆਪਾਂ ਨੂੰ ਹਿੰਸਾ ਨਹੀਂ ਕਰਨੀ ਚਾਹੀਦੀ। ਦੂਸਰਾ ਸੀ ਜੀ ਸੱਚ ਬੋਲਣਾ। ਉਹਨਾਂ ਅਨੁਸਾਰ ਵਿਅਕਤੀ ਨੂੰ ਸੱਚ ਬੋਲਣਾ ਚਾਹੀਦਾ। ਜੋ ਤੀਸਰੀ ਸਿੱਖਿਆ ਸੀ ਇਹ ਸੀ ਜੀ ਨਸ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਚੌਥਾ ਸੀ ਵਿਅਕਤੀ ਨੂੰ ਧਨ ਨਹੀਂ ਜਮ੍ਹਾਂ ਕਰਕੇ ਰੱਖਣਾ ਚਾਹੀਦਾ। ਅਤੇ ਪੰਜਵੀਂ ਜੋ ਸਿੱਖਿਆ ਉਹ ਦਿੰਦੇ ਆ ਉਹ ਸੀ ਜੀ ਵੀ ਆਪਾਂ ਨੂੰ ਸਮੇਂ ਸਿਰ ਭੋਜਨ ਕਰਨਾ ਚਾਹੀਦਾ। ਛੇਵੀਂ ਸਿੱਖਿਆ ਜੋ ਮਹਾਤਮਾ ਬੁੱਧ ਜੀ ਦੱਸਦੇ ਨੇ ਉਹ ਸੀ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਪਰਾਈ ਸੰਪੱਤੀ ਜਾਂ ਔਰਤ ਉੱਪਰ ਨਜ਼ਰ ਨਹੀਂ ਰੱਖਣੀ ਚਾਹੀਦੀ। ਇਹ ਸਨ ਜੀ ਮਹਾਤਮਾ ਬੁੱਧ ਜੀ ਦੁਆਰਾ ਦਿੱਤੀਆਂ ਗਈਆਂ ਕੁਝ ਸਿੱਖਿਆਵਾਂ। ਅਤੇ ਇਸ ਚੈਪਟਰ ਦਾ ਇੱਕ ਹੋਰ ਵੀਡੀਓ ਆਏਗੀ ਜੀ ਜਿਸ ਵਿੱਚ ਆਪਾਂ ਕਵਰ ਕਰਾਂਗੇ ਕਿ ਮਹਾਤਮਾ ਬੁੱਧ ਦੇ ਜੀਵਨ ਕਾਲ ਤੋਂ ਬਾਅਦ ਇਸ ਧਰਮ ਵਿੱਚ ਕੀ ਪਰਿਵਰਤਨ ਆਏ, ਕਿਸ ਤਰ੍ਹਾਂ ਇਹ ਧਰਮ 2 ਖੰਡਾਂ ਵਿੱਚ ਵਿਭਾਜਿਤ ਹੋਇਆ। ਅਤੇ ਉਸ ਵੀਡੀਓ ਵਿੱਚ ਆਪਾਂ ਬੁੱਧ ਧਰਮ ਦੇ ਸਾਹਿਤ ਨੂੰ ਵੀ ਕਵਰ ਕਰਾਂਗੇ। ਅਤੇ ਹੁਣ ਆਪਾਂ ਰਿਵਾਈਜ਼ ਕਰ ਲੈਂਦੇ ਹਾਂ ਜੀ ਜੋ ਆਪਾਂ ਅੱਜ ਇਸ ਵੀਡੀਓ ਵਿੱਚ ਪੜ੍ਹਿਆ ਹੈ। ਆਪਾਂ ਸ਼ੁਰੂ ਵਿੱਚ ਪੜ੍ਹਿਆ ਜੀ ਵੀ ਮਹਾਤਮਾ ਬੁੱਧ ਜੀ ਦਾ ਜੋ ਜਨਮ ਸੀ ਇਹ ਲੁੰਬਣੀ ਵਿਖੇ ਹੋਇਆ ਸੀ। ਅਤੇ ਲੁੰਬਣੀ ਸੀ ਕਪਿਲ ਵਸਤੂ ਦੇ ਏਰੀਏ 'ਚ। ਅਤੇ 563 ਈਸਾ ਪੂਰਵ 'ਚ ਇਹਨਾਂ ਦਾ ਜਨਮ ਹੋਇਆ ਸੀ। ਅਤੇ ਜੋ ਮਹਾਤਮਾ ਬੁੱਧ ਜੀ ਸੀ ਇਹਨਾਂ ਦੇ ਪਿਤਾ ਦਾ ਨਾਮ ਸੁਸ਼ੋਧਨ ਸੀ, ਉਹ ਇੱਕ ਰਾਜਾ ਸੀ। ਅਤੇ ਇਹਨਾਂ ਦੀ ਮਾਤਾ ਜੋ ਪਹਿਲੇ ਮਾਤਾ ਸੀ ਉਹਨਾਂ ਦਾ ਨਾਮ ਮਹਾਮਾਇਆ ਸੀ। ਅਤੇ ਬਾਅਦ ਵਿੱਚ ਇਹਨਾਂ ਦੇ ਜੋ ਮਤਰੇਈ ਮਾਂ ਸੀ ਉਹਨਾਂ ਦਾ ਨਾਮ ਸੀ ਜੀ ਗੌਤਮੀ, ਪ੍ਰਜਾਪਤੀ ਗੌਤਮੀ। ਅਤੇ ਜੋ ਮਹਾਤਮਾ ਬੁੱਧ ਜੀ ਦਾ ਜਨਮ ਸੀ ਇਹ ਵਿਸਾਖ ਦੀ ਪੂਰਨਮਾਸ਼ੀ ਨੂੰ ਹੋਇਆ ਸੀ। ਮਹਾਤਮਾ ਬੁੱਧ ਜੀ ਦੇ ਜਨਮ ਤੋਂ ਬਾਅਦ ਫਿਰ ਆਪਾਂ ਦੇਖਿਆ ਜੀ ਉਹਨਾਂ ਦਾ ਬਚਪਨ ਕਿਸ ਤਰ੍ਹਾਂ ਦਾ ਸੀ ਅਤੇ ਉਹਨਾਂ ਦਾ ਵਿਆਹ ਕਿਸ ਨਾਲ ਅਤੇ ਕਦੋਂ ਹੋਇਆ। ਉਹਨਾਂ ਦੇ ਬਚਪਨ ਦਾ ਨਾਮ ਸਿਧਾਰਥ ਸੀ। ਉਹ ਬਚਪਨ ਵੇਲੇ ਵੀ ਧਿਆਨ ਲਗਾਉਂਦੇ ਰਹਿੰਦੇ ਸੀ ਅਤੇ ਉਹਨਾਂ ਦਾ ਵਿਆਹ 16 ਸਾਲ ਦੀ ਉਮਰ ਵਿੱਚ ਕਰਵਾ ਦਿੱਤਾ ਗਿਆ ਸੀ। ਉਹਨਾਂ ਦੀ ਪਤਨੀ ਦਾ ਨਾਮ ਯਸ਼ੋਧਰਾ ਸੀ। ਜਿਸ ਪੁੱਤਰ ਨੇ ਉਹਨਾਂ ਦੇ ਘਰ ਜਨਮ ਲਿਆ ਉਸ ਦਾ ਨਾਮ ਸੀ ਜੀ ਰਾਹੁਲ। ਉਹਨਾਂ ਦੇ ਵਿਆਹ ਤੋਂ ਬਾਅਦ ਆਪਾਂ ਦੇਖਿਆ ਜੀ ਉਹ 4 ਦ੍ਰਿਸ਼ ਜਿਨ੍ਹਾਂ ਨੂੰ ਦੇਖ ਕੇ ਮਹਾਤਮਾ ਬੁੱਧ ਜੀ ਸੰਨਿਆਸੀ ਬਣ ਗਏ ਸੀ। ਅਤੇ ਉਹ 4 ਦ੍ਰਿਸ਼ ਸੀ ਜੀ। ਪਹਿਲਾ ਸੀ ਉਹਨਾਂ ਨੇ ਇੱਕ ਬਿਰਧ ਵਿਅਕਤੀ ਨੂੰ ਦੇਖਿਆ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਬਿਮਾਰ ਵਿਅਕਤੀ ਨੂੰ ਦੇਖਿਆ ਅਤੇ ਤੀਸਰੇ ਨੰਬਰ 'ਤੇ ਉਹਨਾਂ ਨੇ ਜੀ ਇੱਕ ਮ੍ਰਿਤ ਵਿਅਕਤੀ ਨੂੰ ਸ਼ਮਸ਼ਾਨ ਘਾਟ ਲੈ ਕੇ ਜਾਂਦੇ ਹੋਏ ਦੇਖਿਆ ਸੀ। ਅਤੇ ਚੌਥਾ ਸੀ ਇੱਕ ਸੰਨਿਆਸੀ ਦੇਖਿਆ ਜੋ ਖੁਸ਼ ਸੀ। ਅਤੇ ਉਸ ਤੋਂ ਅੱਗੇ ਆਪਾਂ ਪੜ੍ਹਿਆ ਸੀ ਵੀ ਉਹਨਾਂ ਨੇ 29 ਸਾਲ ਦੀ ਉਮਰ 'ਚ ਸੰਨਿਆਸ ਧਾਰਨ ਕੀਤਾ। ਇਸ ਘਟਨਾ ਨੂੰ ਮਹਾਪੀ ਨਿਸ਼ਕ੍ਰਮਣ ਕਿਹਾ ਜਾਂਦਾ ਸੀ। ਉਹਨਾਂ ਨੇ 2 ਗੁਰੂ ਧਾਰਨ ਕੀਤੇ ਪਰ ਉਹਨਾਂ ਨੂੰ ਸੱਚਾ ਗਿਆਨ ਪ੍ਰਾਪਤ ਨਹੀਂ ਹੋਇਆ ਅਤੇ ਅੰਤ ਵਿੱਚ ਉਹਨਾਂ ਨੂੰ
ਬੋਧ ਗਯਾ ਵਿੱਚ ਆਪਣੇ ਘਰ ਛੱਡਣ ਤੋਂ 6 ਸਾਲ ਬਾਅਦ ਗਿਆਨ ਦੀ ਪ੍ਰਾਪਤੀ ਹੋਈ ਤੇ ਇਸ ਨੂੰ ਕਿਹਾ ਗਿਆ ਜੀ ਧਰਮ ਚੱਕਰ ਪਰਿਵਰਤਨ। ਤੇ ਇਹ ਪ੍ਰਾਪਤੀ ਉਹਨਾਂ ਨੂੰ ਪਿੱਪਲ ਦੇ ਇੱਕ ਰੁੱਖ ਹੇਠ ਹੋਇਆ ਸੀ, ਜਿਸ ਨੂੰ ਬਾਅਦ ਵਿੱਚ ਬੋਧੀ ਵ੍ਰਿਕਸ਼ ਕਿਹਾ ਜਾਣ ਲੱਗ ਗਿਆ। ਤੇ ਉਸ ਤੋਂ ਅੱਗੇ ਆਪਾਂ ਵੇਖਦੇ ਹਾਂ ਜੀ ਵੀ ਉਹਨਾਂ ਨੂੰ ਬੁੱਧਤਵ ਦੀ ਪ੍ਰਾਪਤੀ ਹੋਣ ਤੋਂ ਬਾਅਦ ਉਹ ਸਾਰਨਾਥ ਗਏ, ਜਿੱਥੇ ਉਹਨਾਂ ਨੇ ਆਪਣਾ ਉਪਦੇਸ਼ ਦਿੱਤਾ। ਆਨੰਦ ਨਾਮ ਦੇ ਇੱਕ ਵਿਅਕਤੀ ਨੂੰ ਆਪਣਾ ਚੇਲਾ ਬਣਾਇਆ ਤੇ ਆਨੰਦ ਦੇ ਕਹਿਣ 'ਤੇ ਹੀ ਉਹਨਾਂ ਨੇ ਔਰਤਾਂ ਨੂੰ ਧਰਮ ਵਿੱਚ ਸ਼ਾਮਲ ਕੀਤਾ। ਤੇ ਉਹਨਾਂ ਦੀ ਜੋ ਮਾਤਾ ਸੀ ਜੀ ਉਹਨਾਂ ਦੇ ਜੋ ਪਹਿਲੀ ਮਹਿਲਾ ਸ਼ਿਸ਼ ਬਣੇ ਆ ਜੀ। ਤੇ ਉਸ ਤੋਂ ਬਾਅਦ ਉਹਨਾਂ ਨੇ ਸਭ ਤੋਂ ਵੱਧ ਜੋ ਉਪਦੇਸ਼ ਦਿੱਤੇ ਆ ਜੀ ਉਹ ਸਰਾਵਸਤੀ 'ਚ ਦਿੱਤੇ ਆ। ਤੇ ਫਿਰ ਆਪਾਂ ਇਸ ਤੋਂ ਅੱਗੇ ਵੇਖਦੇ ਹਾਂ ਜੀ ਮਹਾਤਮਾ ਬੁੱਧ ਦੀ ਮੌਤ ਹੋਈ ਹੈ ਜੀ 483 ਈਸਵੀ 'ਚ ਕੁਸ਼ੀਨਗਰ ਵਿਖੇ। ਤੇ ਇਹ ਘਟਨਾ ਨੂੰ ਮਹਾਪਰਿਨਿਰਵਾਣ ਨਾਲ ਬੁਲਾਇਆ ਜਾਂਦਾ ਹੈ ਜੀ, ਮਹਾਪਰਿਨਿਰਵਾਣ ਲਿਖਿਆ ਜਾਂਦਾ ਹੈ। ਅਤੇ ਉਸ ਤੋਂ ਅੱਗੇ ਆਪਾਂ ਗੱਲ ਕੀਤੀ ਹੈ ਜੀ ਮਹਾਤਮਾ ਬੁੱਧ ਦੇ ਜੀਵਨ ਦੀਆਂ ਕੁਝ ਘਟਨਾਵਾਂ ਤੇ ਉਹਨਾਂ ਲਈ ਵਰਤੇ ਜਾਂਦੇ ਵੱਖ-ਵੱਖ ਚਿੱਤਰਾਂ ਬਾਰੇ, ਜਿਨ੍ਹਾਂ 'ਚ ਜਨਮ ਲਈ ਕਮਲ ਦਾ ਫੁੱਲ, ਗ੍ਰਹਿ ਤਿਆਗ ਲਈ ਘੋੜੇ ਨੂੰ, ਅਤੇ ਗਿਆਨ ਪ੍ਰਾਪਤੀ ਲਈ ਬੋਧੀ ਵ੍ਰਿਕਸ਼, ਅਤੇ ਉਹਨਾਂ ਦੇ ਮ੍ਰਿਤਿੂ ਲਈ ਸਤੂਪ ਦੇ ਚਿੰਨ੍ਹ ਨੂੰ ਜਾਂ ਸਤੂਪ ਦੇ ਚਿੱਤਰ ਨੂੰ ਵਰਤਿਆ ਜਾਂਦਾ ਹੈ। ਤੇ ਫਿਰ ਆਪਾਂ ਗੱਲ ਕੀਤੀ ਜੀ 4 ਮਹਾਨ ਸੱਚਾਈਆਂ ਬਾਰੇ, ਜਿਨ੍ਹਾਂ 'ਚ ਪਹਿਲੀ ਸੀ ਸੰਸਾਰ ਦੁੱਖਾਂ ਦਾ ਘਰ ਹੈ, ਦੂਜੀ ਸੀ ਜੀ ਦੁੱਖਾਂ ਦਾ ਕਾਰਨ ਇੱਛਾਵਾਂ ਹਨ, ਤੀਜੀ ਸੀ ਇੱਛਾਵਾਂ 'ਤੇ ਕਾਬੂ ਪਾ ਲੈਣਾ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ, ਤੇ ਚੌਥੀ ਜੋ ਦੱਸੀ ਗਈ ਹੈ ਜੀ ਉਹ ਸੀ ਇੱਛਾਵਾਂ ਦਾ ਖਾਤਮਾ ਅਸ਼ਟਮਾਰਗ ਦੁਆਰਾ ਹੋ ਸਕਦਾ ਹੈ। ਫਿਰ ਆਪਾਂ ਪੜ੍ਹਿਆ ਜੀ ਅਸ਼ਟਮਾਰਗ ਕੀ ਸੀ। ਤੇ ਉਸ ਤੋਂ ਬਾਅਦ ਆਪਾਂ ਵੇਖਿਆ ਜੀ ਜੋ ਮਹਾਤਮਾ ਬੁੱਧ ਜੀ ਦੁਆਰਾ ਕੁਝ ਹੋਰ ਨੈਤਿਕ ਸਿੱਖਿਆਵਾਂ ਦਿੱਤੀਆਂ ਗਈਆਂ। ਆਪਾਂ ਇਸ ਵੀਡੀਓ ਵਿੱਚ ਜੀ ਮਹਾਤਮਾ ਬੁੱਧ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਡਿਟੇਲ ਵਿੱਚ ਪੜ੍ਹਿਆ। ਤੇ ਹੁਣ ਬੁੱਧ ਧਰਮ ਦੇ ਰਿਲੇਟਡ ਇੱਕ ਹੋਰ ਵੀਡੀਓ ਆਏਗੀ ਜੀ, ਜਿਸ ਵਿੱਚ ਆਪਾਂ ਵੇਖਾਂਗੇ ਕਿ ਮਹਾਤਮਾ ਬੁੱਧ ਦੀ ਮ੍ਰਿਤਿੂ ਤੋਂ ਬਾਅਦ ਕਿਵੇਂ ਇਸ ਧਰਮ ਵਿੱਚ ਪਰਿਵਰਤਨ ਆਏ, ਕਿਵੇਂ ਉਹ 2 ਭਾਗਾਂ ਵਿੱਚ ਵਿਖੰਡਿਤ ਹੋ ਗਿਆ ਤੇ ਕਿਹੜਾ ਇਸ ਧਰਮ ਦਾ ਸਾਹਿਤ ਰਚਿਆ ਗਿਆ। ਤੇ ਇੱਥੇ ਹੀ ਆਪਣੀ ਅੱਜ ਦੀ ਇਹ ਵੀਡੀਓ ਸਮਾਪਤ ਹੁੰਦੀ ਹੈ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੀ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਦਾ ਜੋ ਆਈਕਨ ਆ ਉਹਨੂੰ ਵੀ ਪ੍ਰੈਸ ਕਰ ਲਓ। ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆ ਜਾਵੇ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।